ਸੰਗੀਤ ਦਾ ਨਸ਼ਾ ਜਿਹੜਾ ਹੈਗਾ ਤੁਹਾਨੂੰ ਆਪਣੇ ਜੀਵਨ ਨੂੰ ਉਭਾਰਨ ਦਾ ਮੌਕਾ ਦਿੰਦਾ ਹੈ ਔਰ ਇਹ ਇੱਕ ਮੈਡੀਟੇਸ਼ਨ ਹੈ। ਸੰਗੀਤ ਜਿਹੜੀ ਹੈ ਇੱਕ ਇਬਾਦਤ ਹੈ। कि मेरे सहुरा घर भी मैंने ऐसे मिले कि जिन्होंने मेरी इस विद्या को अगे वधाउण दे विच बहुत वड्डा साथ दिता। मैं तहे दिल तो शुक्रगुजार हाँ तहलका पंजाबी टीवी चैनल की जिन्होंने कि अज मैनू मौका दिता अपने आप को समाज के अगे पेश करने का। मैं शुक्रगुजार करता। ਜਿਹੜੇ ਮਿਊਜ਼ਿਕ ਲਾਈਨ ਦੇ ਵਿੱਚ ਅੱਜ ਦੀ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਮੇਰੀ ਇੱਕੋ ਹੀ ਐਡਵਾਈਸ ਹੈ, ਉਹ ਹੈ ਕਿ ਉਹ ਸਭ ਤੋਂ ਪਹਿਲਾਂ ਤਾਂ ਸੰਗੀਤ ਦੀ ਤਾਲੀਮ ਲੈਣ, ਕਿਉਂਕਿ ਕਲਾਸੀਕਲ ਦੀ ਤਾਲੀਮ ਜਿਹੜੀ ਹੈ ਉਸ ਤੋਂ ਬਗੈਰ ਕੋਈ ਸੰਗੀਤ ਨਹੀਂ ਹੈ। तहलका पंजाबी टीवी देख रहे सारे दर्शकों का मैं स्वागत करता हाँ। कहते ने शाह बिन पत नहीं तो गुरु बिना गत नहीं। जी हाँ, असी अज तुहानू ऐसे ही एक गुरु नाल गलबात करावांगे जो कि पंजाबी म्यूजिक इंडस्ट्री दे विच बहुत ही नाम कमा चुके ने ते उन्होंने पंजाब दे मशहूर होर भी कई सिंगरां नू ट्रेनिंग दी। ते आओ असी उन्हां नाल गलबात करते हैं। ਸਾਡੇ ਨਾਲ ਹੁਣ ਮੌਜੂਦ ਨੇ ਕੁਲਵੰਤ ਕੌਰ ਕਲਸੀ ਜੀ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਹਿਲਕਾ ਪੰਜਾਬੀ ਟੀਵੀ ਦੇ ਵਿੱਚ। सत श्री अकाल जी और आप जी का बड़ा बड़ा शुक्रिया, अति धन्यवाद कि तुसी मैनू ये मौका दे रहे हो। ਤੇ ਮੈਡਮ ਜੀ ਤੁਹਾਡੀ ਜਿਹੜੀ ਇਹ ਸੰਗੀਤ ਦੀ ਸਿੱਖਿਆ ਹੈ ਇਹ ਕਿੱਥੋਂ ਸਟਾਰਟ ਹੋਈ? मेरी जी संगीत की शिक्षा है ये मेरे अपने घर तो ही शुरू हुई। बड़ी एक घटना है। एक दिन मेरे फादर साहब ने मैनू आख्या कि बेटा तेरी आवाज़ तो बड़ी सोहनी है तो तू जिस फस्ट आएंगे ना क्लास दे विच ते मैं तेनू संगीत सिखाना शुरू करांगा। तो मैं
ਮੈਨੂੰ ਜਿੱਥੇ ਤੱਕ ਯਾਦ ਹੈ ਮੈਂ ਕਲਾਸ 3 ਦੇ ਵਿੱਚ ਸੀਗੀ ਔਰ ਮੈਂ ਆ ਗਈ ਫਸਟ ਹੋ ਗਈ। ਤਾਂ ਮੈਂ ਫਾਦਰ ਸਾਹਿਬ ਨੂੰ ਆਖਿਆ ਕਿ ਹੁਣ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀਗਾ ਤੇ ਤੁਸੀਂ ਮੈਨੂੰ ਸੰਗੀਤ ਸਿਖਾਓ, ਔਰ ਉਹਨਾਂ ਨੇ ਵੀ ਆਪਣਾ ਪ੍ਰੋਮਿਸ ਕਾਇਮ ਰੱਖਿਆ ਔਰ ਮੇਰੀ ਸੰਗੀਤ ਦੀ ਤਾਲੀਮ ਉੱਥੋਂ ਸ਼ੁਰੂ ਹੋਈ। ਔਰ ਮੇਰੇ ਪਹਿਲੇ ਗੁਰੂ ਜਿਹੜੇ ਸਨ ਉਹ ਸਨ ਸਵਰਗੀ ਸਰਦਾਰ ਭੁਪਿੰਦਰ ਸਿੰਘ ਜੀ, ਜਿਨ੍ਹਾਂ ਨੇ ਮੈਨੂੰ ਕਿ ਹੱਥ ਪਕੜ ਕਰਕੇ ਸੰਗੀਤ ਸਿਖਾਉਣਾ ਸ਼ੁਰੂ ਕੀਤਾ। ਔਰ ਇਹ ਤਾਲੀਮ ਜਿਹੜੀ ਸੀਗੀ ਰਿਲੇਟਡ ਸੀਗੀ ਪਟਿਆਲਾ ਘਰਾਨਾ ਦੇ ਨਾਲ। ਕਲਾਸੀਕਲ ਦੀ ਤਾਲੀਮ ਉਹਨਾਂ ਨੇ ਮੈਨੂੰ ਦਿੱਤੀ, ਗੁਰਬਾਣੀ ਦੀ ਤਾਲੀਮ ਦਿੱਤੀ ਔਰ ਮੈਂ ਦਰ ਬਦਰ ਤੇ ਆਪਣੇ ਹਰ ਸਟੇਜ ਨੂੰ ਕੰਪਲੀਟ ਕੀਤਾ। ਫਿਰ ਉਸ ਤੋਂ ਬਾਅਦ ਮੇਰੀ ਸ਼ਾਦੀ ਹੋ ਗਈ ਔਰ ਸ਼ਾਦੀ ਤੋਂ ਬਾਅਦ ਮੈਂ ਆ ਗਈ ਦੁਰਗਾਪੁਰ ਵੈਸਟ ਬੰਗਾਲ। ਦੁਰਗਾਪੁਰ ਸਟੀਲ ਪਲਾਂਟ ਹੈ, ਉੱਥੇ ਮੇਰੇ ਹਸਬੰਡ ਐਜ਼ ਏ ਇੰਜੀਨੀਅਰ ਕੰਮ ਕਰਦੇ ਸਨ। ਮੈਨੂੰ ਇਹ ਕਹਿਣ 'ਚ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਮੇਰੇ ਸਹੁਰਾ ਘਰ ਵੀ ਮੈਨੂੰ ਐਸੇ ਮਿਲੇ ਕਿ ਜਿਨ੍ਹਾਂ ਨੇ ਮੇਰੀ ਇਸ ਵਿੱਦਿਆ ਨੂੰ ਅੱਗੇ ਵਧਾਉਣ ਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ। ਮੇਰੇ ਹਸਬੰਡ ਨੇ ਬੜਾ ਵੱਡਾ ਸਾਥ ਦਿੱਤਾ ਔਰ ਫਿਰ ਮੇਰੀ ਦੂਸਰੀ ਸਟੇਜ ਜਿਹੜੀ ਹੈਗੀ ਆ ਉਹ ਸ਼ੁਰੂ ਹੋਈ। ਉਸ ਵਕਤ ਫਿਰ ਮੈਂ ਤਾਲੀਮ ਲੈਣੀ ਸ਼ੁਰੂ ਕੀਤੀ, ਸੰਗੀਤ ਸਿੱਖਣਾ ਸ਼ੁਰੂ ਕੀਤਾ। ਮੇਰੇ ਦੂਸਰੇ ਗੁਰੂ ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਦੀ ਯੂਨੀਵਰਸਿਟੀ ਹੈ, ਉਹਨਾਂ ਨੇ ਮੈਨੂੰ ਤਾਲੀਮ ਦਿੱਤੀ। ਤਕਰੀਬਨ 4 ਸਾਲ ਮੈਂ ਉਹਨਾਂ ਦੇ ਕੋਲੋਂ ਕਲਾਸੀਕਲ ਦੀ ਹੀ ਤਾਲੀਮ ਲੈਣੀ ਫਿਰ ਸ਼ੁਰੂ ਕੀਤੀ। ਇਸ ਤਾਲੀਮ ਦੇ ਬਾਰੇ ਮੈਂ ਇੱਕ ਗੱਲ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹੈ। ਇਹਨੂੰ ਅਸੀਂ ਕਹਿੰਦੇ ਖੁੱਲ੍ਹੀ ਗਾਇਕੀ। ਅਸੀਂ ਕਹਿੰਦੇ ਨਾ ਸੰਗੀਤ ਸਮੁੰਦਰ ਹੈ, ਸੰਗੀਤ ਦਾ ਕੋਈ ਅਥਾਹ ਸਾਗਰ ਹੈ, ਇਸ ਦਾ ਕੋਈ ਅੰਤ ਨਹੀਂ, ਇਸ ਦੀ ਕੋਈ ਛੋਰ ਨਹੀਂ, ਇਹਦੀ ਕੋਈ ਸੀਮਾ ਨਹੀਂ ਹੈ। ਫਿਰ ਉਹਨਾਂ ਨੇ ਮੈਨੂੰ ਉਸ ਤਰ੍ਹਾਂ ਦੀ ਖੁੱਲ੍ਹੀ ਗਾਇਕੀ ਦੀ ਤਾਲੀਮ ਦੇਣੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਮੈਨੂੰ ਇਹ ਫਿਰ ਮੌਕਾ ਮਿਲਿਆ। ਮੇਰੇ ਤੀਸਰੇ ਗੁਰੂ ਹੋਏ ਕੈਲਕਟਾ ਤੋਂ ਆਉਂਦੇ ਸਨ, ਉਹਨਾਂ ਦਾ ਨਾਂ ਹੈ ਆਲੋਕ ਚੱਟੋਪਾਧਿਆਏ ਸੈਕੰਡ ਗੁਰੂ, ਔਰ ਜਿਹੜੇ ਕੈਲਕਟਾ ਤੋਂ ਮੇਰੇ ਗੁਰੂ ਆਉਂਦੇ ਸਨ ਉਹਨਾਂ ਦਾ ਨਾਂ ਹੈ ਸੁਭਾਸ਼ ਚੱਕਲਾਧਰ ਜੀ। ਉਹਨਾਂ ਕੋ ਵੀ ਮੈਂ 3-4 ਸਾਲ ਫਿਰ ਇਸੇ ਤਰ੍ਹਾਂ ਕਲਾਸੀਕਲ ਦੀ ਹੀ ਤਾਲੀਮ ਲੈਂਦੀ ਰਹੀ। ਫਿਰ ਮੌਕਾ ਮਿਲਿਆ ਕਿ ਮੇਰੀ ਜ਼ਿੰਦਗੀ ਦੀ ਖੁਸ਼ਕਿਸਮਤੀ ਹੈ ਔਰ ਮੈਂ ਆਪਣੇ ਆਪ ਨੂੰ ਸੌਭਾਗਿਆਵਤੀ ਸਮਝਦੀ ਹਾਂ ਕਿ ਮੈਨੂੰ ਮੌਕਾ ਮਿਲਾ ਫਿਰ बड़े गुलाम अली खान साहब के सपुत्र मुनव्वर अली खान साहब को मैं गंडा बनवा करके उन्होंने मैंने फिर तालीम दी, क्लासीकल की तालीम दी। तो इस तरह मेरे संगीत की जी शिक्षा सीगी, तालीम सीगी, चलती गई। पर अज भी जो तुम मैनू पूछते हो ना तो मैनू लगता कि हाले भी ये शिक्षा सीखण का तो कोई अंत नहीं। ये संगीत की शिक्षा चलती रहती हैगी और हाली भी मैंने लगता कि मैं बहुत कुछ अचीव करना हैगा और होर तालीम लैनी। ਤੇ ਮੈਡਮ ਜੀ ਤੁਸੀਂ ਕਿਸ ਸਟੇਜ ਨੂੰ ਜਿਹੜਾ ਸੰਬੋਧਿਤ ਕੀਤਾ ਤੇ ਤੁਹਾਨੂੰ ਕਿਹੜੇ ਪ੍ਰਾਈਜ਼ ਮਿਲੇ? ਜਿੱਥੇ ਤੱਕ ਸੰਗੀਤ ਨੂੰ ਸੰਬੋਧਿਤ ਕਰਨ ਦੀ ਗੱਲ ਹੈ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੀ ਸ਼ਾਦੀ ਨਹੀਂ ਹੋਈ ਸੀ ਉਸ ਟਾਈਮ ਦੀ ਵੀ ਗੱਲਾਂ ਹਨ ਕਿ ਉੱਥੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਇਆ ਕਰਦੇ ਸਨ ਉਸ ਜ਼ਮਾਨੇ ਦੇ ਵਿੱਚ ਔਰ ਉੱਥੇ ਕੰਪੀਟੀਸ਼ਨਸ ਵਗੈਰਾ ਵੀ ਹੁੰਦੇ ਸਨ। ਉਹ ਕੰਪੀਟੀਸ਼ਨਸ ਜਿਹੜੇ ਸਨ, ਸਭ ਤੋਂ ਪਹਿਲਾ ਕੰਪੀਟੀਸ਼ਨਸ ਹੋਇਆ ਸੀਗਾ ਧਨਬਾਦ। ਉੱਥੇ ਵੀ ਮੈਂ ਸਟੇਜ ਹਾਸਿਲ ਕੀਤੀ ਔਰ ਕਾਨਪੁਰ ਵੀ ਮੈਂ ਸਟੇਜ ਹਾਸਿਲ ਕੀਤੀ ਔਰ ਉੱਥੇ ਸੰਬੋਧਿਤ ਕੀਤਾ, ਆਪਣੀ ਗਾਇਕੀ ਦਿੱਤੀ ਔਰ ਲੋਕਾਂ ਨੂੰ ਪ੍ਰਭਾਵਿਤ ਕਰਨ। ਮੈਨੂੰ ਲੱਗਦਾ ਕਿ ਉਸ ਵਕਤ ਮੈਂ ਸ਼ਾਇਦ ਇਸ ਸਿੱਖਿਆ ਜਿਹੜੀ ਲਿੱਤੀ ਸੀਗੀ ਔਰ ਸਮਾਜ ਦੀ ਜਿਹੜੀ ਸੇਵਾ ਕਰ ਰਹੀ ਸੀਗੀ ਉਹ ਜ਼ਰੂਰ ਪੂਰੀ ਹੋਈ। ਇਸੇ ਤਰ੍ਹਾਂ ਫਿਰ ਮੈਨੂੰ ਪੰਜਾਬ ਵੀ, ਅੰਮ੍ਰਿਤਸਰ, ਚੰਡੀਗੜ੍ਹ, ਇਹ ਸਾਰੀਆਂ ਸਟੇਜਾਂ ਨੂੰ ਵੀ ਮੈਂ ਕੰਪਲੀਟ ਕੀਤਾ, ਸੰਬੋਧਿਤ ਕੀਤਾ। ਤਾਂ ਮੈਨੂੰ ਲੱਗਦਾ ਹੈਗਾ ਕਿ ਐਸੀਆਂ ਕਈ ਸਟੇਜਾਂ ਹਨ ਜਿੱਥੇ ਮੈਂ ਆਪਣੇ ਆਪ ਨੂੰ ਪ੍ਰਸਤੁਤ ਕੀਤਾ ਔਰ ਮੇਰੀ ਜਰਨੀ ਦਾ ਇੱਕ ਬੜਾ ਹੀ अच्छा हिस्सा है ਜਿਹੜਾ कि मैं बॉम्बे भी संबोधित किया। ਤੇ ਮੈਡਮ ਜੀ ਤੁਸੀਂ ਆਪਣਾ ਕਿਸ ਨੂੰ ਆਪਣਾ ਆਈਡਲ ਮੰਨਦੇ ਹੋ? मैं अपना आइडल
ਕਲਾਸੀਕਲ ਦੇ ਵਿੱਚ ਮੈਂ ਮੰਨਦੀ ਹਾਂ ਸਵਰਗੀ ਭੀਮ ਸਿੰਘ ਜੋਸ਼ੀ ਜੀ ਔਰ ਪੰਡਿਤ ਜਸਰਾਜ ਜੀ, ਇਹ ਮੇਰੇ ਆਈਡੀਅਲ ਰਹੇ ਹਨ ਔਰ ਇਹਨਾਂ ਦਾ ਸਾਥ ਵੀ ਮੇਰੇ ਨਾਲ ਰਿਹਾ ਹੈ। ਮੈਂ ਉਸ ਸੰਗੀਤ ਨੂੰ, ਉਸ ਗਾਇਕੀ ਨੂੰ ਬੜੇ ਨਜ਼ਦੀਕ ਦੇ ਨਾਲ ਅਨੁਭਵ ਕੀਤਾ ਹੈ ਔਰ ਜਿੱਥੇ ਤੱਕ ਫੋਕ ਗਾਇਕੀ ਦੀ ਗੱਲ ਹੈ, ਉਹ ਮੈਂ ਸੁਰਿੰਦਰ ਕੌਰ ਜੀ ਤੋਂ ਬੜੀ ਪ੍ਰਭਾਵਿਤ ਹੈ। ਮੈਡਮ ਜੀ, ਤੁਸੀਂ ਕਿਸ ਨੂੰ ਆਪਣਾ ਆਈਡਲ ਮੰਨਦੇ ਹੋ? ਕਲਾਸੀਕਲ ਦੇ ਵਿੱਚ ਮੈਂ ਭੀਮ ਸਿੰਘ ਜੋਸ਼ੀ ਜੀ ਨੂੰ, ਪੰਡਿਤ ਜਸਰਾਜ ਜੀ ਨੂੰ ਆਪਣਾ ਆਈਡਲ ਮੰਨਦੀ ਹੈਗੀ ਆ। ਅਤੇ ਆਓ ਮੈਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਦਿਖਾਉਂਦੀ ਹਾਂ। ਮੈਂ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਆਪਣੇ ਨਾਲ ਰੱਖੀਆਂ ਹਨ। ਆਓ ਮੈਂ ਉਹਦੇ ਬਾਰੇ ਤੁਹਾਨੂੰ ਦੱਸਦੀ ਹੈਗੀ। ਹਾਂਜੀ, ਇੱਥੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਦੇਖੋ ਉੱਤੇ ਫੋਟੋ ਤੁਸੀਂ ਦੇਖ ਰਹੇ ਹੋ ਨਾ, ਮਸ਼ਹੂਰ ਸਿਤਾਰ ਵਾਦਕ ਰਵੀ ਸ਼ੰਕਰ ਜੀ ਔਰ ਮੇਰੇ ਆਈਡੀਅਲ ਸਵਰਗੀ ਭੀਮ ਸਿੰਘ ਜੋਸ਼ੀ ਜੀ। ਸਾਊਥ ਦੀ ਕੋਕਿਲਾ, ਉਧਰ ਤੁਸੀਂ ਦੇਖੋ ਸੁਬਾ ਲక్ష్ਮੀ ਜੀ ਨੂੰ ਵੀ ਮੈਂ ਹਮੇਸ਼ਾ ਯਾਦ ਕਰਦੀ ਹਾਂ। ਬਿਸਮਿਲ੍ਲਾ ਖਾਂ ਸਾਹਿਬ ਹਨ, ਤਾਨਸੇਨ ਜੀ ਹਨ, ਠੀਕ ਹੈ ਜੀ, ਔਰ ਹਰੀਹਰ ਪ੍ਰਸਾਦ ਚੌਰਸੀਆ ਜੀ ਹਨ। ਤੋ ਔਰ ਮਸ਼ਹੂਰ ਸਰੋਦ ਵਾਦਕ, ਇਹਨਾਂ ਦੇ ਬਾਰੇ ਮੈਂ ਤੁਹਾਨੂੰ ਕੀ ਪਰਿਚੈ ਦੇਵਾਂ, ਇਹ ਆਪਣਾ ਪਰਿਚੈ ਖੁਦ ਹਨ। ਸੋ ਇਹ ਸਾਰੇ ਮੇਰੇ ਨਾਲ ਜੁੜੇ ਹੋਏ ਸਨ ਔਰ ਮੈਂ ਵੀ ਇਹਨਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਜਿਹੜਾ ਹੈਗਾ ਆ, ਇਹਨਾਂ ਦੇ ਨਾਲ ਆਪਣਾ ਗੁਜ਼ਾਰਿਆ ਹੈ। ਔਰ ਇਹਨਾਂ ਨੂੰ ਜਿੱਥੇ ਤੱਕ ਪੰਡਿਤ ਚੌਰਸੀਆ ਜੀ ਦੀ ਗੱਲ ਹੈ ਅਤੇ ਭੀਮ ਸਿੰਘ ਜੋਸ਼ੀ ਜੀ, ਜਦੋਂ ਅਸੀਂ ਵੈਸਟ ਬੰਗਾਲ ਦੇ ਵਿੱਚ ਸਨ, ਉਦੋਂ ਕਲਾਸੀਕਲ ਦੀਆਂ ਬੜੀਆਂ ਕਾਨਫਰੰਸ ਹੋਇਆ ਕਰਦੀਆਂ ਸਨ ਅਤੇ ਮੇਰਾ ਔਰ ਇਹਨਾਂ ਦੇ ਚਰਨ ਸਾਡੇ ਘਰ ਦੇ ਵਿੱਚ ਵੀ ਪਏ ਹਨ। ਮੈਂ ਇਹਨਾਂ ਦੇ ਨਾਲ ਤਾਨਪੁਰਾ ਵੀ ਸੰਗਤ ਕੀਤੀ ਹਨ ਅਤੇ ਇਸ ਤਰ੍ਹਾਂ ਇਹ ਮੇਰਾ ਸਾਥ ਰਿਹਾ ਹੈ। ਮਸ਼ਹੂਰ ਸਰੋਦ ਵਾਦਕ ਉਸਤਾਦ ਅਮਜਦ ਖਾਨ ਜੀ, ਅਮਜਦ ਅਲੀ ਖਾਨ ਸਾਹਿਬ, ਮਸ਼ਹੂਰ ਸਿਤਾਰ ਵਾਦਕ ਸ੍ਰੀ ਰਵੀ ਸ਼ੰਕਰ ਜੀ ਔਰ ਉਹਨਾਂ ਦੇ ਬਗਲ 'ਚ ਹਨ ਭੀਮ ਸਿੰਘ ਜੋਸ਼ੀ ਔਰ ਸਾਊਥ ਦੀ ਕੋਕਿਲਾ ਸ਼੍ਰੀਮਤੀ ਸੁਬਾ ਲక్ష్ਮੀ ਜੀ। ਉਹਨਾਂ ਦੇ ਹੇਠਾਂ ਹੀ ਹਨ ਪਦਮ ਵਿਭੂਸ਼ਣ ਬਿਸਮਿਲ੍ਲਾ ਖਾਂ ਸਾਹਿਬ, ਮਸ਼ਹੂਰ ਸਿਤਾਰ ਵਾਦਕ। ਫਿਰ ਇੱਥੇ ਹਨ ਤਾਨਸੇਨ ਜੀ ਔਰ ਫਿਰ ਇੱਥੇ ਹਨ ਹਰੀਹਰ ਪ੍ਰਸਾਦ ਚੌਰਸੀਆ ਜੀ, ਜਿਹੜੇ ਕਲਾਸੀਕਲ ਦੇ ਵਿੱਚ ਤਾਂ ਮਸ਼ਹੂਰ ਹਨ ਹੀ ਹਨ। ਬੜਾ ਅੱਛਾ ਫਲੂਟ ਵਜਾਉਂਦੇ ਹਨ ਔਰ ਇਹਨਾਂ ਨੇ ਕਈ ਪਿਕਚਰਾਂ ਦੇ ਵਿੱਚ ਨਾ ਸੰਗੀਤ ਵੀ ਦਿੱਤਾ ਹੈਗਾ ਆ, ਜਿਹਦੇ ਵਿੱਚ ਮੈਨੂੰ ਯਾਦ ਪੈਂਦਾ, ਬੜਾ ਮਸ਼ਹੂਰ ਇੱਕ ਗੀਤ ਸੀਗਾ ਨਾ, ਮੇਰੇ ਹੱਥੋਂ ਮੇ ਦੋ ਦੋ ਨੌ ਨੌ ਚੂੜੀਆਂ ਹੈ, ਤੇ ਇਹ ਉਹਨਾਂ ਦਾ ਹੀ ਸੰਗੀਤ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੁਸੀਂ ਕਿਸ ਦੇ ਫੈਨ ਹੋ ਜੀ? ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮੈਂ ਹੰਸਰਾਜ ਹੰਸ ਜੀ ਦੀ ਫੈਨ ਹਾਂ, ਗੁਰਦਾਸ ਮਾਨ ਜੀ ਦੀ ਫੈਨ ਹਾਂ ਔਰ ਕੁਲਦੀਪ ਮਾਣਕ ਜੀ ਵੀ ਬਹੁਤ ਵੱਡੇ ਕਲਾਕਾਰ ਸਨ, ਮੈਂ ਉਹਨਾਂ ਦੀ ਵੀ ਫੈਨ ਹਾਂ। ਔਰ ਮੇਰੇ ਦਿਲ ਦੇ ਬੜੇ ਨਜ਼ਦੀਕ ਗਾਇਕਾ ਸਨ ਸੁਰਿੰਦਰ ਕੌਰ ਜੀ, ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ। ਤੇ ਮੈਡਮ ਜੀ, ਸੁਰਿੰਦਰ ਕੌਰ ਜੀ ਦੀਆਂ ਚੰਦ ਦੋ ਲਾਈਨਾਂ ਸਾਡੇ ਸਰੋਤਿਆਂ ਲਈ ਤੁਸੀਂ ਗੁਣਗੁਣਾ ਦਿਓ, ਦੋ ਲਾਈਨਾਂ। ਓਕੇ ਜੀ, ਓਕੇ ਓਕੇ। ਡਾਚੇ ਵਾਲਿਆਂ ਮੋੜ ਮੁਹਾਰ ਵੇ ਸੋਹਣੀ ਵਾਲੇ ਅਲੇ ਚੱਲ ਨਾਲ ਵੇ, ਡਾਚੇ ਵਾਲਿਆਂ ਮੋੜ ਮੁਹਾਰ ਵੇ ਸੋਹਣੀ ਵਾਲੇ ਅਲੇ ਚੱਲ ਨਾਲ ਵੇ, ਤੇਰੀ ਡੱਚ ਦੀ ਸੋਹਣੀ ਚਾਲ ਵੇ ਹੋ, ਡਾਚੀ ਵਾਲੇ ਅਲੇ ਚੱਲ ਨਾਲ ਵੇ। ਮੈਡਮ ਜੀ, ਤੁਸੀਂ ਜੋ ਨੌਜਵਾਨ ਅੱਜ ਦੇ ਹੈਗੇ ਆ, ਜੋ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਉਣਾ ਚਾਹੀਦੇ, ਮਿਊਜ਼ਿਕ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ, ਤੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਮਿਊਜ਼ਿਕ ਲਾਈਨ ਦੇ ਵਿੱਚ ਅੱਜ ਦੀ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਮੇਰੀ ਇੱਕੋ ਹੀ ਐਡਵਾਈਸ ਹੈ, ਉਹ ਹੈ ਕਿ ਉਹ ਸਭ ਤੋਂ ਪਹਿਲਾਂ ਤਾਂ ਸੰਗੀਤ ਦੀ ਤਾਲੀਮ ਲੈਣ
ਕਿਉਂਕਿ ਕਲਾਸੀਕਲ ਦੀ ਤਾਲੀਮ ਜਿਹੜੀ ਹੈ ਉਸ ਦੇ ਬਗੈਰ ਕੋਈ ਸੰਗੀਤ ਨਹੀਂ ਗਾ। ਸੰਗੀਤ ਮਤਲਬ ਸੱਤ ਸੁਰ, ਸੱਤ ਸੁਰ ਮਤਲਬ ਸਾਰੇ ਗਾਮਾ ਪਾਧਾ ਨੀ, ਔਰ ਕੋਮਲ ਸਵਰ ਹਨ ਰੇ ਗਾ ਧਾ ਨੀ, ਤੀਬਰ ਸਵਰ ਹੈ ਮਾਂ। ਇਹਨਾਂ ਸਾਰਿਆਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਮੈਂ ਇਹੀ ਐਡਵਾਈਸ ਦਵਾਂਗੀ ਕਿ ਪਹਿਲੇ ਬੱਚੇ ਸਿੱਖਣ ਔਰ ਸਿੱਖ ਕਰਕੇ ਤਾਲੀਮ ਲੈ ਕਰਕੇ, ਕਲਾਸੀਕਲ ਦੀ ਤਾਲੀਮ ਲੈ ਕਰਕੇ ਫਿਰ ਉਹ ਅੱਗੇ ਜਾ ਕਰਕੇ ਆਪਣੇ ਸੰਗੀਤ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਉਣ। ਕਹਿੰਦੇ ਨੇ ਨਾ, ਹਰ ਇੱਕ ਲਾਈਫ ਦੇ ਵਿੱਚ ਕੋਈ ਇੱਕ ਯਾਦਗਾਰ ਪਲ ਜ਼ਰੂਰ ਹੁੰਦਾ ਹੈ। ਤੁਹਾਡੀ ਲਾਈਫ ਦੇ ਵਿੱਚ ਵੀ ਇੱਕ ਯਾਦਗਾਰ ਪਲ ਇੱਦਾਂ ਦਾ ਜ਼ਰੂਰ ਹੋਏਗਾ ਜਿਸ ਨੂੰ ਤੁਸੀਂ ਯਾਦ ਕਰਨਾ ਚਾਹੋਗੇ ਤੇ ਭੁੱਲ ਨਹੀਂ ਸਕਦੇ। ਸੰਗੀਤ ਦੇ ਨਾਲ ਰਿਲੇਟਡ ਮੇਰੀ ਜ਼ਿੰਦਗੀ ਦਾ ਇੱਕ ਬੜਾ ਖਾਸ ਲਮਹਾ ਰਿਹਾ ਹੈਗਾ। ਉਹ ਹੈ ਕਿ ਜਦੋਂ ਮੈਨੂੰ ਮੌਕਾ ਮਿਲਿਆ ਸਨਮੁਖ ਨੰਦਾ ਹਾਲ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦਾ, ਮੈਂ ਉੱਥੇ ਵੀ ਪ੍ਰੋਗਰਾਮ ਕੀਤਾ ਔਰ ਫਿਰ ਬੰਬੇ ਹੀ ਬ੍ਰੇਬਰਨ ਸਟੇਡੀਅਮ ਦੇ ਵਿੱਚ ਵੀ ਮੈਂ ਸੰਗੀਤ ਦਾ ਗਾਇਨ ਕੀਤਾ। ਉਸ ਵਕਤ ਜਿੱਥੇ ਤੱਕ ਮੈਨੂੰ ਯਾਦ ਹਨ ਕਿ ਯਸ, ਮੇਰੇ ਨਾਲ ਸਵਰਗੀ ਜਸਵੰਤ ਸਿੰਘ ਭਮਰਾ ਜੀ, ਉਹਨਾਂ ਨੇ ਮੇਰੇ ਨਾਲ ਹਾਰਮੋਨੀਅਮ ਦੇ ਵਿੱਚ ਪਲੇ ਕੀਤਾ ਔਰ ਉਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਸਨ। ਤੇ ਸਾਡੇ ਜੈਸੇ ਕਲਾਕਾਰ ਨੂੰ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਮਹਾਨ ਹਸਤੀਆਂ ਹੋਈਆਂ ਹਨ, ਉਹਨਾਂ ਦੇ ਵਿੱਚ ਮੈਨੂੰ ਵੀ ਆਪਣੇ ਆਪ ਨੂੰ ਪ੍ਰਸਤੁਤ ਕਰਨ ਦਾ ਮੌਕਾ ਮਿਲਿਆ। ਸਨਮੁਖ ਨੰਦਾ ਹਾਲ। ਮੈਡਮ ਜੀ, ਜਿਹੜੀ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ, ਤੇ ਉਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਦੇ ਰਾਹੀਂ? ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਆਪਣੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਨਸ਼ਾ ਜਿਹੜਾ ਹੈ, ਉਹ ਜਿਹੜਾ ਡਰੱਗਸ ਦਾ ਨਸ਼ਾ ਹੈ, ਦੂਸਰਾ ਜਿਹੜਾ ਨਸ਼ਾ ਉਹ ਤਾਂ ਤੁਹਾਨੂੰ ਜ਼ਿੰਦਗੀ ਦੇ ਗਰਕ ਦੇ ਵਿੱਚ ਲੈ ਜਾਂਦਾ ਹੈ। ਆਓ ਉਸ ਨਸ਼ੇ ਨੂੰ ਛੱਡੋ ਔਰ ਸੰਗੀਤ ਦੇ ਨਾਲ ਜੁੜੋ। ਜਿਹਦੀ ਕਿ ਤਾਜ਼ਾ ਮਿਸਾਲ ਮੈਂ ਤੁਹਾਨੂੰ ਆਪਣੇ ਆਪ ਨੂੰ ਵੀ ਦੇ ਸਕਦੀ ਹੈਗੀ ਆ ਕਿ ਕਿਸੇ ਜ਼ਮਾਨੇ ਦੇ ਵਿੱਚ ਬਚਪਨ ਦੇ ਵਿੱਚ ਮੈਂ ਸੰਗੀਤ ਸਿੱਖਿਆ, ਸਿੱਖਦੀ ਰਹੀ। ਜ਼ਿੰਦਗੀ ਦੇ ਵਿੱਚ ਕਿੰਨੇ ਹੀ ਉਤਾਰ ਚੜ੍ਹਾਅ ਆਏ, ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਬਾਧਾਵਾਂ ਆਈਆਂ, ਰਸਤੇ ਦੇ ਵਿੱਚ ਕਿੰਨੇ ਰੋੜੇ ਵੀ ਆਏ, ਲੇਕਿਨ ਅੱਜ ਵੀ ਮੈਂ ਸੰਗੀਤ ਦੇ ਨਾਲ ਜੁੜੀ ਹੋਈ ਹਾਂ ਔਰ ਮੈਨੂੰ ਲੱਗਦਾ ਕਿ ਮੈਂ ਤਰੋ ਤਾਜ਼ਾ ਹਾਂ। ਤੇ ਇਹੀ ਮੈਂ ਇੱਕ ਨੌਜਵਾਨ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਨਹੀਂ, ਉਹ ਨਸ਼ਾ ਜਿਹੜਾ ਹੈਗਾ ਉਹ ਤੁਹਾਨੂੰ ਜ਼ਿੰਦਗੀ ਦੇ ਗਰਕ ਦੇ ਵਿੱਚ ਲੈ ਕਰਕੇ ਜਾਂਦਾ ਹੈ। ਸੰਗੀਤ ਦਾ ਨਸ਼ਾ ਜਿਹੜਾ ਹੈਗਾ ਤੁਹਾਨੂੰ ਆਪਣੇ ਜੀਵਨ ਨੂੰ ਉਭਾਰਨ ਦਾ ਮੌਕਾ ਦਿੰਦਾ ਹੈ ਔਰ ਇਹ ਇੱਕ ਮੈਡੀਟੇਸ਼ਨ ਹੈ। ਸੰਗੀਤ ਜਿਹੜੀ ਹੈ ਇੱਕ ਇਬਾਦਤ ਹੈ ਔਰ ਇਸ ਸੰਗੀਤ ਨੂੰ ਸਿੱਖੋ, ਇਸ ਦੇ ਨਾਲ ਜੁੜੋ ਔਰ ਆਪਣੀ ਵੀ ਤੁਸੀਂ ਜ਼ਿੰਦਗੀ ਨੂੰ ਅੱਛੇ ਮੁਕਾਮ ਤੇ ਪਹੁੰਚਾਓ ਤੇ ਦੇਸ਼ ਨੂੰ ਵੀ ਇੱਕ ਅੱਛੇ ਮੁਕਾਮ ਤੇ ਪਹੁੰਚਾਓ, ਜਿਸ ਤਰ੍ਹਾਂ ਕਿ ਸੰਗੀਤ ਅਥਾਹ ਸਾਗਰ ਹੈ। ਮੈਂ ਇਹੀ ਬਾਰ-ਬਾਰ ਕਹਾਂਗੀ ਕਿ ਨਹੀਂ, ਉਹ ਨਸ਼ਾ ਤੋਂ ਜ਼ਿੰਦਗੀ ਗਰਕ ਹੁੰਦੀ ਹੈ, ਇਸ ਨਸ਼ੇ ਤੋਂ ਜ਼ਿੰਦਗੀ ਬਣਦੀ ਹੈ। ਮੈਡਮ ਜੀ, ਬਹੁਤ ਬਹੁਤ ਥੈਂਕਸ ਤੁਹਾਡਾ, ਜੋ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਲਈ ਆਪਣਾ ਇੰਟਰਵਿਊ ਦਿੱਤਾ, ਸਾਡੇ ਲਈ ਟਾਈਮ ਕੱਢਿਆ। ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਤਹਿਲਕਾ ਪੰਜਾਬੀ ਟੀਵੀ ਚੈਨਲ ਦੀ, ਜਿਨ੍ਹਾਂ ਨੇ ਕਿ ਅੱਜ ਮੈਨੂੰ ਮੌਕਾ ਦਿੱਤਾ ਆਪਣੇ ਆਪ ਨੂੰ ਸਮਾਜ ਦੇ ਅੱਗੇ ਪੇਸ਼ ਕਰਨ ਦਾ। ਮੈਂ ਸ਼ੁਕਰਗੁਜ਼ਾਰ ਹੈ ਤੁਹਾਡੇ। ਇਹ ਸਨ ਸਾਡੇ ਨਾਲ ਉਸਤਾਦ ਕੁਲਵੰਤ ਕੌਰ ਕਲਸੀ ਜੀ, ਤੇ ਉਹਨਾਂ ਨੇ ਬਹੁਤ ਹੀ ਵਧੀਆ ਗੱਲਾਂ ਕਹੀਆਂ ਨੇ। ਤੇ ਨਸ਼ਾ ਛੱਡੋ ਤੇ ਸੰਗੀਤ ਦੀ ਕਲਾ ਨੂੰ ਅਪਣਾਓ। ਇਸੇ ਤਰ੍ਹਾਂ ਜੁੜੇ ਰਹੋ ਤਹਿਲਕਾ ਪੰਜਾਬੀ ਟੀਵੀ ਦੇ ਨਾਲ। ਜਲੰਧਰ ਤੋਂ ਕੈਮਰਾਮੈਨ ਸੰਜੇ ਸ਼ਰਮਾ ਦੇ ਨਾਲ ਰੋਹਿਤ ਬਮੋਤਰਾ, ਜਲੰਧਰ।